मानमते पंजाबियों की कचहरी मुड़ हाजिर है लांबा जी। समा बड़ा घट है, मैं तुहाडे कोलों पुछना चाहांगा कि इन्हां रिकॉर्डिंग्स तो एक दा सवाल तो असीं डिस्कस कर लिया 125 साल पहला नहीं, ਉਹਦੇ ਚ ਵੀ ਇੱਕ ਬਹੁਤ ਅਹਿਮ ਹੈ जी ਜਿਹੜੇ ਹਜ਼ੂਰ ਸਾਹਿਬ ਦੇ ਰਹਿਣ ਵਾਲੇ ਸਿੱਖ ਹੈ ਉਹਨਾਂ ਨੂੰ ਹਜ਼ੂਰੀ ਸਿੱਖ ਕਹਿੰਦੇ ਆ। ਗੁਰੂ ਸਾਹਿਬ ਦੇ ਸਾਰੇ ਸ਼ਸਤਰ ਅਸਤਰ ਉਹਨਾਂ ਦੀਆਂ ਸਾਰੀਆਂ ਵਸਤੂਆਂ ਉਹਨਾਂ ਨੂੰ ਹਿੱਕ ਨਾਲ ਸਾਂਭ ਕੇ ਉਹਨਾਂ ਲੋਕਾਂ ਨੇ ਰੱਖੀਆਂ। ਉੱਥੇ ਬਾਬਾ ਬੰਦਾ ਬਹਾਦਰ ਜਿਨ੍ਹਾਂ ਨੂੰ ਬਾਬਾ ਗੁਰਬਖਸ਼ ਸਿੰਘ ਦਾ ਨਾਮ ਦਿੱਤਾ, ਉਹਨਾਂ ਨੇ ਉੱਥੋਂ ਪੰਜਾਬ ਭੇਜਿਆ। ਉਹਨਾਂ ਨੇ ਸਾਰਾ ਉਹਨਾਂ ਦੇ ਇੰਨੇ ਗੁਰਦੁਆਰੇ, ਇੰਨੀਆਂ ਯਾਦਗਾਰਾਂ, ਮਾਲ ਟੇਕਰੀ, ਸਾਰਾ ਕੁਝ ਇਹ ਕਹਿ ਕੇ ਕਿ ਅੰਗਰੇਜ਼ਾਂ ਵੇਲੇ ਆਇਆ, ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਉਸ ਸਮੇਂ ਆਇਆ। ਇਹ ਪੂਰੀ ਦੀ ਪੂਰੀ ਸਿੱਖ ਕੌਮ ਦੀ ਤੋਹੀਨ ਹੈ, ਸਿੱਖ ਰਹਿਤ ਮਰਿਆਦਾ ਦੀ ਤੋਹੀਨ ਹੈ। ਔਰ ਨਾਲ ਹੀ ਕਹਿ ਰਹੇ ਕਿ ਇਹ ਦਸਮ ਗ੍ਰੰਥ ਉਸ ਵੇਲੇ ਹੋਂਦ ਵਿੱਚ ਆਇਆ ਅੰਗਰੇਜ਼ਾਂ ਵੇਲੇ। ਫਿਰ ਨਾਲ ਕਹਿੰਦੇ ਭਾਈ ਮਨੀ ਸਿੰਘ ਨੇ ਕੀਤਾ। ਕੀ ਭਾਈ ਮਨੀ ਸਿੰਘ ਅੰਗਰੇਜ਼ਾਂ ਦੇ ਮੁਲਾਜ਼ਮ ਸੀਗੇ? ਜਿਹੜੇ ਭਾਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਹੋਏ ਕੀ ਅੰਗਰੇਜ਼ਾਂ ਦੇ ਮੁਲਾਜ਼ਮ ਸਨ? ਔਰ ਦੂਸਰੀ ਗੱਲ, ਫਿਰ ਇਹਦਾ ਮਤਲਬ ਜਾਣ ਬੁੱਝ ਕੇ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ। ਦੂਜੀ ਗੱਲ ਜਿਹੜੀ ਨਿਤਨੇਮ ਦੀ ਗੱਲ ਕਰ ਰਹੇ, ਇਹਦਾ ਮਤਲਬ ਕੀ ਨਿਤਨੇਮ ਗੁਰੂ ਸਾਹਿਬ ਨੇ ਨਹੀਂ ਦਿੱਤਾ? ਫਿਰ ਕੀ ਕੋਈ ਐਸਾ ਜਾਦੂ ਦਾ ਡੰਡਾ ਸੀ ਕਿ ਸਾਰੀ ਕੌਮ ਨੇ, ਸਾਰੀ ਦੁਨੀਆ ਦੇ ਵਿੱਚ ਇੱਕੋ ਸਮੇਂ ਲਾਗੂ ਹੋ ਗਿਆ? ਇਹ ਕਹਿ ਕੇ ਦਰਅਸਲ ਕਿਸੇ ਚੀਜ਼ ਦੇ ਬਾਰੇ ਵੀ ਸ਼ੱਕ ਪੈਦਾ ਕਰਨਾ, ਸ਼ੰਕਾ ਖੜੀ ਕਰਨੀ, ਸਿੱਖ ਰਹਿਤ ਮਰਿਆਦਾ ਵਿੱਚ ਸਾਫ਼ ਲਿਖਿਆ ਕਿ ਜਿਹੜਾ ਵੀ ਮੁੱਢਲੀ ਚੀਜ਼ਾਂ ਬਾਰੇ ਸਮੁੱਚਾ ਪੰਥ ਫੈਸਲਾ ਕਰ ਸਕਦਾ ਹੈ। ਔਰ ਇਸੇ ਕਰਕੇ, ਇਹਦੀ ਵਜ੍ਹਾ ਕਰਕੇ ਹੀ ਪ੍ਰੋਫੈਸਰ ਸਾਹਿਬ ਦੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ। ਅਗਰ ਆਪ ਇਜਾਜ਼ਤ ਦਿਓ ਤਾਂ ਮੈਂ ਛੇਤੀ ਉਹ ਹੁਕਮਨਾਮਾ ਵੀ ਪੜ੍ਹ ਦਿਆਂ। ਜਿਹੜਾ ਹੁਕਮਨਾਮਾ ਹੈਗਾ ਇਹਨਾਂ ਦੇ ਬਾਰੇ ਹੋਇਆ ਕਿ ਪ੍ਰੋਫੈਸਰ ਸਾਹਿਬ ਇਹ ਦੁਬਿਧਾ ਪੈਦਾ ਕਰ ਰਹੇ ਹਨ। ਇਹਦੇ 'ਚ ਲਫ਼ਜ਼ ਹੈ, ਇਹ 6 ਜੂਨ 2008 ਦਾ ਹੁਕਮਨਾਮਾ ਹੈ ਕਿ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਰਹੇ ਹਨ। ਉਹਨਾਂ ਨੇ ਆਪਣੇ ਸੇਵਾ ਕਾਲ ਦੌਰਾਨ ਕੌਮ ਵਿੱਚ ਦੁਬਿਧਾ ਪੈਦਾ ਕਰਨ ਵਾਲਾ ਕੋਈ ਮਸਲਾ ਕਦੇ ਵੀ ਨਹੀਂ ਉਠਾਇਆ। ਪਰ ਅਫਸੋਸ ਵਾਲੀ ਗੱਲ ਹੈ ਕਿ ਅੱਜ ਜਦੋਂ ਸਮੁੱਚੀ ਕੌਮ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 300 ਸਾਲਾ ਗੁਰਤਾ ਗੱਦੀ ਸ਼ਤਾਬਦੀ ਮਨਾਉਣ ਲਈ ਸਰਗਰਮ ਹੈ, ਉੱਥੇ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਸਮ ਗ੍ਰੰਥ ਅਤੇ ਨਿਤਨੇਮ ਦੀਆਂ ਬਾਣੀਆਂ ਬਾਰੇ ਦੁਬਿਧਾ ਪੈਦਾ ਪਾਉਣ ਵਾਲੀਆਂ ਗੱਲਾਂ ਕਰ ਰਹੇ ਹਨ। ਇਹ ਹੁਣ ਕਹਿਣਾ, ਜਦੋਂ ਸਾਰਾ ਕੌਮ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਮਨਾ ਰਹੀ ਹੈ, ਜਦੋਂ ਹਜ਼ੂਰ ਸਾਹਿਬ ਦੇ ਵਿੱਚੋਂ ਮਨਾਇਆ ਜਾ ਰਿਹਾ, ਉਸ ਵੇਲੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਕਾਲੇ ਕੱਪੜੇ ਪਾ ਰਹੇ ਹੋ, ਉਹਦਾ ਮਤਲਬ ਸੋਗ ਮਨਾ ਰਹੇ ਹੋ। ਇਹਦਾ ਮਤਲਬ ਤੁਹਾਨੂੰ ਕਿਸ ਤੇ ਅਫਸੋਸ ਹੈ? ਹਜ਼ੂਰ ਸਾਹਿਬ ਤੇ ਅਫਸੋਸ ਹੈ, ਗੁਰੂ ਦੀ ਬਾਣੀ ਤੇ ਅਫਸੋਸ ਹੈ। ਤੇ ਇਹ ਜਿਹੜੀ ਗੱਲ ਹੈ, ਤੇ ਇਹ ਬਹੁਤ, ਔਰ ਇਸ ਦੇ ਨਾਲ ਹੀ ਇੱਕ ਹੋਰ ਹੁਕਮਨਾਮਾ ਹੈ, ਇਹ ਵੀ ਜਿਹੜਾ ਬਹੁਤ ਅਹਿਮ ਹੈ ਕਿ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਮੀਡੀਆ ਰਾਹੀਂ ਦਸਮ ਗ੍ਰੰਥ ਬਾਰੇ ਗੁੰਮਰਾਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ, ਔਰ ਇਸ ਦੇ 'ਚ ਹੈ ਕਿ ਜਦੋਂ ਕਿ 14 ਮਈ ਦੇ ਆਦੇਸ਼ਾਂ ਪਰ ਪਹਿਰਾ ਦਿੰਦੇ ਚੁੱਪ ਹਨ, ਇਸ ਕਰਕੇ ਗੁਰੂ ਪੰਥ ਨੂੰ ਸਮਰਪਿਤ ਵਿਦਵਾਨ ਅਜਿਹੇ ਸ਼ਰਾਰਤੀ ਅੰਸਰਾਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਇਤਿਹਾਸਕ ਤੱਥਾਂ ਦੀ ਰੋਸ਼ਨੀ ਵਿੱਚ ਜਵਾਬ ਦੇਣ। ਨਾ ਕੇਵਲ ਇੱਥੇ ਤੱਕ, ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਖੁਦ ਜਥੇਦਾਰ ਰਹੇ ਹੈ, ਪਰ ਇਹਨਾਂ ਨੇ ਸਿੰਘ ਸਾਹਿਬਾਨ ਦੇ ਉੱਤੇ ਝੂਠਾ ਇਲਜ਼ਾਮ ਲਾਇਆ ਕਿ ਇਹ ਦਿਆਲਪੁਰਾ ਭਾਈਕਾ ਵਿਖੇ ਗਏ, ਜਿੱਥੇ ਕਿ ਉੱਥੇ ਦਸਮ ਗ੍ਰੰਥ ਦਾ ਪ੍ਰਕਾਸ਼ ਸੀ। ਦਰਅਸਲ ਪੰਡਾਲ ਦੇ ਵਿੱਚ ਇੱਕੋ ਪ੍ਰਕਾਸ਼ ਸੀ। ਔਰ ਇਹਨਾਂ ਬਾਰੇ ਵੀ ਹੁਕਮਨਾਮਾ ਫਿਰ ਜਾਰੀ ਹੋਇਆ ਕਿ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਸੋ ਜਿਸ ਸ਼ਖਸ ਦੇ ਬਾਰੇ 4-4 ਹੁਕਮਨਾਮੇ ਜਾਰੀ ਹੋ ਚੁੱਕੇ ਹੋਣ, ਇਹਦਾ ਮਤਲਬ ਇਹਨਾਂ ਨੂੰ ਹੁਕਮਨਾਮੇ ਦੀ ਕੋਈ ਵੀ ਵੈਲਿਊ ਨਹੀਂ ਹੈ। 300 ਸਾਲਾ ਵੇਲੇ ਹਜ਼ੂਰ ਸਾਹਿਬ ਤੋਂ ਵੀ ਦਸਮ ਗ੍ਰੰਥ ਨੂੰ ਹਟਾ ਦਿੱਤਾ ਗਿਆ ਸੀ। ਹਾਂ, ਜਿਸ ਦਿਨ ਉਹਦਾ ਆਰੰਭਤਾ ਹੋ ਗਈ ਸੀ, ਉਸ ਵੇਲੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਉਸ ਵੇਲੇ ਦਸਮ ਗ੍ਰੰਥ ਦਾ ਨਹੀਂ ਕੀਤਾ ਗਿਆ। ਜਦੋਂ ਉਹਨਾਂ ਸਮਾਗਮਾਂ ਦੀ ਆਰੰਭਤਾ ਕੀਤੀ, ਉਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦੀ ਗੱਲ ਕਰ ਰਹੇ ਆ, ਜਿੱਥੋਂ ਹੋਣਾ ਹੈ। ਔਰ ਗੱਲ ਇਹ ਹੈ ਕਿ ਇਹ ਦਸਮ ਗ੍ਰੰਥ ਦੀ ਪ੍ਰਕਾਸ਼ ਜਾਂ ਹੋਰ ਕੋਈ ਵੀ ਉੱਥੇ ਦੀਆਂ ਮਰਿਆਦਾ, ਇਹ 300 ਸਾਲ ਤੋਂ ਚੱਲੀਆਂ ਆ ਰਹੀਆਂ। ਔਰ ਇਸ ਦੌਰਾਨ ਸਿੰਘ ਸਾਹਿਬ ਉੱਥੇ ਕਈ ਵਾਰ ਗਏ ਵੀ ਹੈ, ਖੁਦ ਵੀ ਉੱਥੇ ਕੀਰਤਨ ਕੀਤਾ ਹੈ, ਤੇ ਉਹਨਾਂ ਨੂੰ ਉਸ ਵੇਲੇ ਚੇਤੇ ਨਹੀਂ ਆਇਆ। ਹੁਣ ਜਦੋਂ ਕਿ ਆਪ ਹਟ ਗਏ, ਔਰ ਜਿਵੇਂ ਡਾਕਟਰ ਜੋਤ ਸਿੰਘ ਨੇ ਕਿਹਾ, ਇਹਦੇ ਪਿੱਛੇ ਕਿਹੜੀ ਚੀਜ਼ ਕੰਮ ਕਰ ਰਹੀ ਹੈ? ਦਰਅਸਲ ਇਹ ਕਹਿ ਰਹੇ ਆ ਜੀ, ਇਹ ਗ੍ਰੰਥ ਹੀ ਬ੍ਰਾਹਮਣ ਹੈ, ਇਹ ਗ੍ਰੰਥ ਹੀ ਹਟਾ ਦੇਣਾ ਚਾਹੀਦਾ। ਤਾਂ ਕੀ ਇਸ ਕਰਕੇ ਤੇ ਨਹੀਂ ਕਹਿ ਰਹੇ ਹੈਗੇ ਕਿ ਇਹਦੇ ਵਿੱਚ ਲਿਖਿਆ ਕਹੋ ਮਿਸਰ ਆਗੇ ਕਹਾਂ ਜਵਾਬ ਦੇ ਹੋ, ਜਬੇ ਕਾਲ ਕੇ ਜਾਲ ਮੈਂ ਫਾਂਸ ਜਾਏ ਹੋ, ਜਿਹੜਾ ਸਿੱਖਾਂ ਨੂੰ ਨਿਆਰਾਪਨ ਬਖਸ਼ਦਾ ਹੈ, ਜਿਹੜਾ ਰਹਿਤ ਬਖਸ਼ਦਾ ਹੈ, ਜਿਹੜਾ ਖਾਲਸੇ ਜੀ ਕਾ ਬੋਲਬਾਲਾ ਇਸ ਗ੍ਰੰਥ ਚੋਂ ਹੈ, ਵਾਹਿਗੁਰੂ ਜੀ ਕੀ ਫਤਿਹ ਇਹਦੇ ਚੋਂ ਹੈ, ਦੇਗ ਤੇਗ ਫਤਿਹ ਇਹਦੇ ਚੋਂ ਹੈ, ਜਿੰਨੀ ਸਿੱਖ ਕੌਮ ਦੀ ਆਈਡੈਂਟਿਟੀ ਇਸ ਗ੍ਰੰਥ ਦੇ ਵਿੱਚੋਂ ਹੈ, ਇਸ ਗ੍ਰੰਥ ਦੇ ਉੱਤੇ ਸਿੱਧੇ ਤੌਰ ਤੇ, ਅਸਿੱਧੇ ਨਹੀਂ ਸਿੱਧੇ ਤੌਰ ਦੇ ਉੱਤੇ ਹਮਲਾਵਰ ਹੋ ਕੇ ਕੀ ਪ੍ਰੋਫੈਸਰ ਦਰਸ਼ਨ ਸਿੰਘ ਕਿਹਦੇ ਏਜੰਡੇ ਨੂੰ ਪੂਰਾ ਕਰ ਰਹੇ ਆ? ਰਾਈਟ। ਸੋ ਲਾਂਬਾ ਜੀ, ਸਮਾਂ ਬਹੁਤ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਅੱਗੇ ਵਧੀਏ,
क्योंकि समा बहुत घट है और जेकर तुसी इस चीज़ ਨੂੰ कुछ कहना चाहोगे अखीर ਦੇ ਵਿੱਚ कुछ सतरां ਜਿਹੜੀਆਂ ਤੁਸੀਂ ਬਿਆਨ ਕਰਨੀਆਂ ਸਨ ਉਹਨਾਂ ਨੂੰ 1 ਮਿੰਟ ਦੇ ਵਿੱਚ ਕਰ ਸਕਦੇ ਹੋ। ਹਾਂ, ਮੈਂ ਬਿਲਕੁਲ 1 ਮਿੰਟ ਦੇ ਵਿੱਚ ਕਰਦੇ ਹਾਂ, ਕਿਉਂਕਿ ਇਹ ਜਿਹੜੀ ਕਹਾਣੀ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਉਸੇ ਕਹਾਣੀ ਦੇ ਉੱਤੇ ਆ ਕੇ ਮੁਕਾਨੇ ਆ। ਉਹ ਜਿਹੜੀ ਨੂਪ ਕੌਰ ਦਾ ਚਰਿੱਤਰ ਹੈ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਪਾਖਿਆਨ ਜਿਹੜੀ ਪਹਿਲਾਂ ਕਹੀ ਗਈ ਕਹਾਣੀ ਹੈ ਜਿਸ ਨੂੰ ਸਰਦਾਰ ਕਪੂਰ ਸਿੰਘ ਨੇ ਦੱਸਿਆ ਕਿ ਇਹ ਰਿਗਵੇਦ ਦੀ ਕਹਾਣੀ ਚੋਂ ਲਈ ਗਈ। ਇਹਦੇ ਵਿੱਚ ਵੀ ਲਿਖਿਆ ਹੈ ਇਹ ਤਰੀਕਾ ਸੋਚ ਕੇ ਰਾਏ ਉੱਥੋਂ ਭੱਜ ਆਇਆ, ਰਾਏ ਨਿਕਲ ਆਇਆ। ਉਹਦੇ ਵਿੱਚ ਵੀ ਰਾਏ ਨੇ ਸਾਰੀ ਗੱਲ ਇਹ ਕੀਤੀ, ਪੂਰੇ ਚਰਿੱਤਰ ਦੇ ਵਿੱਚ ਇਹ ਸੋਚਦਾ ਰਿਹਾ ਮੈਂ ਇਸ ਜੰਗਾਲ ਵਿੱਚੋਂ ਕਿੱਦਾਂ ਨਿਕਲਾਂ। ਔਰ ਜਿਹੜੀ ਉਸਨੇ ਲਿਖਿਆ ਹੈਗਾ ਕਿ ਆਗੇ ਪਾਛੇ ਦਾਹਨੇ ਘੇਰ ਦਸੋ ਦਿਸਲੀਨ ਪੈਣ ਭਜਨ ਕੋ ਨਾ ਰਹਿਓ ਰਾਏ ਯਤਨ ਯੋਕੀਨ। ਉਸ ਰਾਏ ਨੇ ਫਿਰ ਇਦਾਂ ਯਤਨ ਕੀਤਾ ਕਿ ਉਸਨੇ ਵਾਕੀ ਕਰਦਾਰੀ ਧਰੀ। ਵਾਕੀ ਦਾ ਅਰਥ ਹੁੰਦਾ ਉਹਦੀ, ਉਸ ਔਰਤ ਦੇ ਭਰਾ ਦੀ ਦਾੜੀ ਫੜ ਕੇ ਉਸਨੇ ਉਹਨੂੰ 2 ਡੰਡੇ ਲਾਏ। ਔਰ ਅੱਗੇ ਜਾ ਕੇ ਲਿਖਿਆ ਕਿ ਲਾਤ ਮੁਸਟ ਬਾਜਨ ਲੱਗੀ ਸਿੱਖ ਪਹੁੰਚੇ ਆਏ। ਉਸ ਔਰਤ ਦੇ ਸਿੱਖ ਜਿਹੜੇ ਸੇਵਕ ਸੀਗੇ ਉਹ ਪਹੁੰਚ ਗਏ, ਜਿਹਨੂੰ ਇਹ ਸਿੱਖ ਲਫ਼ਜ਼ ਨੂੰ ਫਿਰ ਮਿਸ ਕੋਟ ਕਰ ਰਹੇ ਸੀ। ਭਰਾਂਤ ਭਰਾਤਰੀ ਕਹਿ ਰਹੀ ਕਹੂ ਨਾ ਸਕਿਓ ਛੁਰਾਏ। ਉਹ ਔਰਤ ਭਰਾ ਭਰਾ ਕਹਿੰਦੀ ਰਹੀ ਪਰ ਉਹਦੇ ਭਰਾ ਨੂੰ ਕੁੱਟ ਪੈਂਦੀ ਰਹੀ। ਔਰ ਅੱਗੇ ਲਿਖਿਆ ਜੂਤੀ ਬਹੁਤੇ ਮੂੰਡ ਲਗਾਈ ਮੁਸਕੇ ਤਾਕੀ ਐਂਠ ਚੜਾਈ ਬੰਦ ਸਾਲ ਤੇ ਦੀਆ ਪਠਾਈ ਆਨ ਆਪਣੀ ਸੇਜ ਸੁਹਾਈ। ਇਸ ਤਰੀਕੇ ਨਾਲ ਉਸ ਔਰਤ ਦੇ ਭਰਾ ਨੂੰ ਜੇਲ੍ਹ ਭੇਜ ਦਿੱਤਾ ਗਿਆ। ਅਖੀਰਲੀ ਲਾਈਨ ਬੜੀ ਇੰਪੋਰਟੈਂਟ ਹੈ, ਇਹ ਛਲ ਖੇਲ ਰਾਏ ਭਜ ਆਇਓ ਬੰਦ ਸਾਲ ਤਰੀਏ ਬਰਾਤ ਪਠਾਇਓ ਸਿੱਖਨ ਵੇਦ ਅਭੇਦ ਨਾ ਪਾਇਓ ਵਾਹੀ ਕੋ ਤਸਕਰ ਠਹਿਰਾਇਓ। ਉਸ ਔਰਤ ਦੇ ਸਿੱਖ ਸੇਵਕ ਜਿਹੜੇ ਸੀ ਉਹ ਭੇਦ ਨਾ ਪਾ ਸਕੇ। ਰਾਏ ਇਹ ਚਰਿੱਤਰ ਖੇਡ ਕੇ ਉੱਥੋਂ ਵਾਪਸ ਆ ਗਿਆ। ਪ੍ਰੋਫੈਸਰ ਸਾਹਿਬ ਨੇ ਇਹਦੇ ਨਾਲ ਇੱਕ 16ਵਾਂ ਚਰਿੱਤਰ ਦਿੱਤਾ ਸੀ, ਉਹਦਾ ਜ਼ਿਕਰ ਕੀਤਾ। ਉਹਦਾ ਨੈਟ ਸ਼ੈਲ ਜਿਹੜਾ ਉਹਦਾ ਉਪਦੇਸ਼ ਸੀ ਉਹਦੇ 'ਚ ਸੀ ਬਿੱਛੂ ਬਿਸੀਰ ਬੇਸਵਾ ਕਹੋ ਕਵਨ ਕੇ ਮੀਤ ਰੀਤ ਨਾ ਜਾਣਤ ਪ੍ਰੀਤ ਕੀ ਪੈਸਨ ਕੀ ਪ੍ਰਤੀਤ। ਬਿੱਛੂ ਸੱਪ ਤੇ ਵੇਸ਼ਵਾ ਇਹ ਕਿਸੇ ਦੇ ਮਿੱਤਰ ਨਹੀਂ ਹੋ ਸਕਦੇ, ਇਹਨਾਂ ਨੂੰ ਪੈਸੇ ਨਾਲ ਹੈ। ਕੀ ਪ੍ਰੋਫੈਸਰ ਸਾਹਿਬ ਨੂੰ ਇਹਦੇ ਤੇ ਵੀ ਇਤਰਾਜ਼ ਹੈ ਜਿਹਦੇ ਕਰਕੇ ਇਹਨਾਂ ਨੇ ਇਹ ਸਾਰਾ। ਲਾਂਬਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਡਾਕਟਰ ਜੋਤ ਸਿੰਘ ਉਹਨਾਂ ਦਾ ਖਾਸ ਤੌਰ ਦੇ ਉੱਤੇ ਸ਼ੁਕਰਗੁਜ਼ਾਰ ਹਾਂ। ਔਰ ਇੱਕ ਵਾਰੀ ਫੇਰ ਇਹ ਗੱਲ ਕਰਦਾ ਕਿ ਸਾਡਾ ਕੋਈ ਵੀ ਪ੍ਰੋਫੈਸਰ ਸਾਹਿਬ ਦੇ ਨਾਲ ਨਿੱਜੀ ਜਾਂ ਸਾਡਾ ਦਸਮ ਗ੍ਰੰਥ ਨੂੰ ਮੰਨਣ ਜਾਂ ਨਾ ਮੰਨਣ ਦਾ ਜਾਂ ਪ੍ਰਚਾਰਨ ਦਾ ਕਦੇ ਵੀ ਸਾਡਾ ਕੋਈ ਇਰਾਦਾ ਨਹੀਂ। ਉਹ ਹਰ ਸਿੱਖ ਦੀ ਜਿਹਦੀ ਵੀ ਕਿਸੇ ਦੀ ਕਿਸੇ ਤਰ੍ਹਾਂ ਵੀ ਮਰਜ਼ੀ ਹੈ ਉਹ ਉਸ ਤਰ੍ਹਾਂ ਹੀ ਕਰ ਸਕਦਾ ਹੈ। ਔਰ ਦੂਸਰੀ ਗੱਲ ਕਿ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਸਾਡਾ ਅੱਜ ਵੀ ਸਵਾਲ ਉੱਥੇ ਹੀ ਖੜਾ। ਡਾਕਟਰ ਜੋਤ ਸਿੰਘ ਹੋਰਾਂ ਨੇ ਕਲੀਅਰ ਕੀਤਾ, ਸਾਡਾ ਮੁੱਢ ਤੋਂ ਮਕਸਦ ਇਹ ਸੀ ਕਿ ਉਸ ਕਹਾਣੀ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜਨਾ ਇੱਕ ਅਤ ਘਿਨਾਉਣੀ ਘਟਨਾ ਸੀ, ਸੋ ਉਸ ਨੂੰ ਬਿਲਕੁਲ ਨਹੀਂ ਸੀ ਜੋੜਿਆ ਜਾਣਾ ਚਾਹੀਦਾ। ਸਾਡੇ ਲਈ ਸਵਾਲ ਅੱਜ ਵੀ ਉਸੇ ਤਰ੍ਹਾਂ ਦਾ ਖੜਾ। ਕੁਝ ਅਖਬਾਰਾਂ ਦੇ ਵਿੱਚ ਸਾਡੇ ਭੰਵਰਾ ਜੀ, ਲਾਂਬਾ ਜੀ ਜਾਂ ਮੇਰੇ ਬਾਰੇ ਇਹ ਗੱਲ ਕਹੀ ਗਈ ਕਿ ਇਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਚਾਹੀਦਾ। ਅਸੀਂ ਸੀਸ ਨਵਾਉਂਦੇ ਅਕਾਲ ਤਖਤ ਸਾਹਿਬ ਦੇ ਅੱਗੇ। ਜੇਕਰ ਕੋਈ ਵੀ ਸਾਨੂੰ ਸੱਦਣ ਵਾਸਤੇ ਤਿਆਰ ਹੋਵੇ ਅਸੀਂ ਹੱਥ ਜੋੜ ਕੇ ਸੀਸ ਨਵਾ ਕੇ ਉੱਥੇ ਹਾਜ਼ਰ ਹੋਣ ਨੂੰ ਹਰ ਵੇਲੇ ਤਿਆਰ ਹੈ ਔਰ ਕਦੇ ਵੀ ਨਹੀਂ ਝਿਜਕਦੇ। ਮੇਰਾ ਖਿਆਲ ਹੈ ਬਾਰ-ਬਾਰ ਮੰਗ ਦੀ ਵੀ ਲੋੜ ਨਹੀਂ, ਸਾਨੂੰ ਇੱਕ ਆਦੇਸ਼ ਦੀ ਲੋੜ ਹੈ। ਸੋ ਮੇਰਾ ਖਿਆਲ ਹੈ ਆਖਰੀ ਸਤਰਾਂ ਲਾਂਬਾ ਜੀ ਕਹਿਣੀ ਚਾਹਾਂਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਓਰੀਜਨਲ CD ਬਿਲਕੁਲ ਪਹੁੰਚ ਚੁੱਕੀ ਹੈ, ਉਹਦੇ ਵਿੱਚ ਵੀ ਉਹੀ ਲਫ਼ਜ਼ ਹੈ। ਔਰ ਇਹ ਕਹਿਣਾ ਕਿ ਉਹਨਾਂ ਕੋਲ ਨਹੀਂ ਹੈ ਅਸੀਂ ਦੁਬਾਰਾ ਕਰਾਂਗੇ ਇਹ ਗੱਲ ਨੂੰ ਕਨਫਿਊਜ਼ ਕਰਨ ਦੀ ਹੈ। ਦੂਸਰੀ ਗੱਲ ਸਾਡਾ ਸਾਰਿਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ਼ਟ ਹੈ, ਹੋਰ ਕੋਈ ਇਸ਼ਟ ਨਹੀਂ ਹੈ। ਤੀਸਰੀ ਗੱਲ ਅਗਰ ਜੇਕਰ ਇਹ 2 ਤੁਕਾਂ ਜਿਹੜੀਆਂ ਪ੍ਰੋਫੈਸਰ ਸਾਹਿਬ ਨੇ ਕਹੀਆਂ ਅਗਰ ਦਸਮ ਗ੍ਰੰਥ ਜਾਂ ਕਿਸੇ ਟਰਾਂਸਲੇਸ਼ਨ ਦੇ ਵਿੱਚ ਜਾਂ ਕਿਸੇ ਉਸ ਦੇ ਅਨੁਵਾਦ ਦੇ ਵਿੱਚ ਵੀ ਦਿਖਾ ਦੇਣ ਅਸੀਂ ਅਨਕੰਡੀਸ਼ਨਲ ਮਾਫੀ ਮੰਗਣ ਲਈ ਤਿਆਰ ਹਾਂ। ਪਰ ਇਹ ਤੁਕਾਂ ਹੈ ਨਹੀਂ, ਇਹ ਬਿਲਕੁਲ ਮਨਘੜੰਤ ਹੈ। ਪ੍ਰੋਫੈਸਰ ਸਾਹਿਬ ਨੂੰ ਚਾਹੀਦਾ ਇਸ ਨੂੰ ਕਹਿਣ ਕਿ ਉਹਨਾਂ ਨੇ ਵਾਕਈ ਆਪਣੇ ਕੋਲੋਂ ਬਣਾਈ ਹੈ, ਗੱਲ ਸਾਰੀ ਮੁੱਕਦੀ ਹੈ। ਬਸ਼ਰਤ ਕਿ ਉਹ ਕਿਤਾਬ ਜਿਹੜੀ ਹੈ 2010 ਦੇ ਵਿੱਚ ਨਾ ਛਪੇ, 2009 ਦੀ ਛਪੀ ਹੋਵੇ, ਦਸੰਬਰ ਤੋਂ ਉਹਦੇ 'ਚ ਵੀ ਛਪ ਜਾਏ ਕੋਈ ਹਰਜ ਨਹੀਂ। ਸੋ ਬਹੁਤ ਬਹੁਤ ਸ਼ੁਕਰੀਆ, ਤਹਿ ਦਿਲੋਂ ਸ਼ੁਕਰਗੁਜ਼ਾਰ ਹੈ, ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਇਜਾਜ਼ਤ ਦਿਓ, ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ। ਫਿਰ ਮਿਲਾਂਗੇ ਬੁੱਧਵਾਰ ਪ੍ਰੋਗਰਾਮ ਮੁੱਦਾ ਲੈ ਕੇ।